ਨਾਨਕ ਦੇ ਕਰ ਹੱਥ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰਸ ਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰਸ ਰੀਤਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਸੁਭਾਗੀ ਹਜ਼ੂਰੀ ਵਿਖੇ ਜੁੜ ਬੈਠੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ। ਗੁਰ ਸੰਗਤ ਰੂਪ ਚ ਗੁਰੂ ਕੇ ਦਰਬਾਰ ਵਿਖੇ ਜੁੜੇ ਹਾਂ। ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਗੁਰਬਾਣੀ ਕੀਰਤਨ ਉਪਰੰਤ ਆਓ ਗੁਰਬਾਣੀ ਵਿਚਾਰ ਦੀ ਸਾਂਝ ਪਾਈਏ। ਪਾਵਨ ਬਾਣੀ ਸੁਖਮਨੀ ਸਾਹਿਬ ਦੀ ਚੱਲ ਰਹੀ ਵਿਚਾਰ ਚ ਮਨ ਬਿਰਤੀਆਂ ਨੂੰ, ਸੁਰਤ ਬਿਰਤੀਆਂ ਨੂੰ, ਧਿਆਨ ਨੂੰ ਜੋੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਸੁਖਮਨੀ ਸਾਹਿਬ ਦੀ ਤੀਜੀ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਔਰ 7 ਬੰਦ ਵਿਚਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਤੀਜੀ ਅਸ਼ਟਪਦੀ ਦੇ ਅਖੀਰਲੇ ਬੰਦ, ਅਖੀਰਲੀ ਪੌੜੀ ਦੀ ਵਿਚਾਰ ਦੀ ਸਾਂਝ ਅੱਜ ਆਪਾਂ ਪਾਵਾਂਗੇ। ਇਸ ਅਸ਼ਟਪਦੀ ਦੇ ਆਰੰਭ ਦੇ ਵਿੱਚ ਜੋ ਸ਼ਲੋਕ ਹੈ, ਸਤਿਗੁਰੂ ਨੇ ਸ਼ਲੋਕ 'ਚ ਇਹ ਵਿਚਾਰ ਬਖਸ਼ਿਸ਼ ਕੀਤੇ ਹਨ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸਾਰੀਆਂ ਸਿਮਰਤੀਆਂ, ਸਾਰੇ ਸ਼ਾਸਤਰ, ਧਾਰਮਿਕ ਗ੍ਰੰਥ ਪੜ੍ਹ ਕੇ ਵਿਚਾਰ ਕੇ ਅਸੀਂ ਵੇਖੇ ਹਨ ਔਰ ਉਹਨਾਂ ਦਾ ਨਿਚੋੜ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਹੈ, ਨਾਮ ਤੁਲ ਕੋਈ ਨਹੀਂ ਹੈ। ਔਰ ਇਸੇ ਵਿਚਾਰ ਨੂੰ ਅੱਗੇ ਅਸ਼ਟਪਦੀ 'ਚ ਸਤਿਗੁਰੂ ਨੇ ਵਿਆਖਿਆ ਰੂਪ ਦੇ ਵਿੱਚ ਵਰਣਨ ਕੀਤਾ ਹੈ। ਅੱਜ ਦੇ ਪਾਵਨ ਬਚਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸਾਰੇ ਹੀ ਧਰਮਾਂ 'ਚੋਂ ਉੱਤਮ ਧਰਮ ਕਿਹੜਾ ਹੈ? ਬੜੇ ਧਿਆਨ ਦੇ ਨਾਲ ਇਹਨਾਂ ਪੰਕਤੀਆਂ ਨੂੰ ਸਕਰੀਨ ਤੇ ਵੇਖੋ। ਧਰਮ ਸ਼ਬਦ 2 ਵਾਰ ਆਇਆ ਹੈ ਪਰ ਲਿਖਤ ਦੇ ਵਿੱਚ ਫਰਕ ਹੈ। ਇੱਕ ਵਾਰ ਧਰਮ ਸ਼ਬਦ ਧੱਦਾ ਰਾਰਾ ਮੱਮਾ 3 ਅੱਖਰ ਹਨ, ਕੋਈ ਮਾਤਰਾ ਨਹੀਂ ਹੈ। ਪਰ ਦੂਜੀ ਵਾਰ ਜਦੋਂ ਧਰਮ ਸ਼ਬਦ ਆਇਆ ਹੈ, ਮੰਮੇ ਦੇ ਪੈਰ ਔਂਕੜ ਲੱਗੀ ਹੈ। ਕਈ ਵਾਰ ਆਪ ਬਾਣੀ ਪੜ੍ਹਦੇ ਹੋ, ਅਖੀਰਲੇ ਅੱਖਰਾਂ ਦੇ ਸਿਹਾਰੀ ਲੱਗੀ ਹੁੰਦੀ ਹੈ, ਔਂਕੜ ਲੱਗੀ ਹੁੰਦੀ ਹੈ ਤੇ ਸਮਝ ਨਹੀਂ ਲੱਗਦੀ ਹੈ ਕਿ ਇਹ ਮਾਤਰਾ ਕਿਉਂ ਲੱਗੀਆਂ ਨੇ।
ਜੋ ਬੋਲੀਆਂ ਵੀ ਨਹੀਂ ਜਾਂਦੀਆਂ ਹਨ। ਪਰ ਇਹ ਐਵੇਂ ਹੀ ਗੁਰੂ ਮਹਾਰਾਜ ਨੇ ਇਹ ਮਾਤਰਾ ਨਹੀਂ ਲਗਾਈਆਂ ਹਨ, ਇਹਨਾਂ ਦਾ ਕੋਈ ਮਤਲਬ ਹੈ। ਇਸ ਪੰਕਤੀ ਤੋਂ ਆਪਾਂ ਬੜਾ ਸੌਖਾ ਸਮਝ ਸਕਦੇ ਹਾਂ। 2 ਵਾਰ ਧਰਮ ਸ਼ਬਦ ਆਇਆ ਹੈ, ਇੱਕ ਵਾਰ ਮਮੇ ਦੇ ਪੈਰ 'ਚ ਔਂਕੜ ਲੱਗੀ ਹੈ, ਮਾਤਰਾ ਲੱਗੀ ਹੈ, ਇੱਕ ਵਾਰ ਨਹੀਂ ਲੱਗੀ ਹੈ। ਪਹਿਲਾ ਸਰਬ ਧਰਮ, ਧਰਮ ਹੈ ਬਹੁ ਵਚਨ, ਬਹੁਤੇ ਧਰਮਾਂ ਦੀ ਗੱਲ ਕੀਤੀ ਗਈ ਹੈ ਕਿ ਬਹੁਤ ਸਾਰੇ ਧਰਮਾਂ ਦੇ ਵਿੱਚੋਂ ਉੱਤਮ ਧਰਮ ਕਿਹੜਾ ਹੈ, ਇੱਕ ਚੰਗਾ ਧਰਮ ਕਿਹੜਾ ਹੈ। ਜਿੱਥੇ ਇੱਕ ਵਚਨ ਧਰਮ ਆਇਆ ਹੈ ਉੱਥੇ ਧਰਮ ਦੇ ਮਮੇ ਦੇ ਪੈਰ 'ਚ ਔਂਕੜ ਲੱਗੀ, ਭਾਵ ਇੱਕ ਧਰਮ ਦੀ ਗੱਲ ਹੈ। ਜਿੱਥੇ ਬਹੁਤੇ ਧਰਮਾਂ ਦੀ ਗੱਲ ਆਈ ਹੈ ਉੱਥੇ ਧਰਮ ਦੇ ਮਮੇ ਦੇ ਪੈਰ 'ਚ ਔਂਕੜ ਨਹੀਂ ਲੱਗੀ, ਭਾਵ ਜਿੱਥੇ ਗੁਰੂ ਕੀ ਬਾਣੀ 'ਚ ਬਹੁਤਿਆਂ ਦੀ ਗੱਲ ਕਰਕੇ ਕੋਈ ਸ਼ਬਦ ਆਵੇਗਾ ਉੱਥੇ ਅਖੀਰ ਤੇ ਮਾਤਰਾ ਨਹੀਂ ਹੈ। ਪਰ ਜਿੱਥੇ ਇੱਕ ਵਚਨ ਦੀ ਗੱਲ ਹੋਏਗੀ ਉੱਥੇ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਲੱਗੀ ਹੋਏਗੀ। ਅੱਗੇ ਚੱਲ ਕੇ ਵੀ ਆਵੇਗਾ, ਸਗਲ ਉਦਮ ਮੈਂ ਉਦਮ ਭਲਾ, ਉੱਥੇ ਵੀ ਪਹਿਲੇ ਉਦਮ ਦੇ ਪੈਰ 'ਚ ਔਂਕੜ ਨਹੀਂ ਹੈ, ਪਰ ਦੂਜੇ ਉਦਮ ਦੇ ਪੈਰ 'ਚ ਔਂਕੜ ਹੈ। ਪਹਿਲੇ ਉਦਮ ਵਾਰੀ ਬਹੁਤਿਆਂ ਉਦਮਾਂ ਦੀ ਗੱਲ ਕੀਤੀ ਗਈ ਹੈ ਕਿ ਲੋਕ ਕਈ ਤਰ੍ਹਾਂ ਦੇ ਉਦਮ ਉਪਰਾਲੇ ਕਰਦੇ ਨੇ, ਪਰ ਸਭ ਤੋਂ ਵਧੀਆ ਉਦਮ ਕਿਹੜਾ ਹੈ, ਉਹ ਇੱਕ ਉਦਮ ਜਿਹੜਾ ਸਭ ਤੋਂ ਉੱਤਮ ਹੋਵੇ। ਉੱਥੇ ਫਿਰ ਜਿੱਥੇ ਇੱਕ ਵਚਨ ਦੀ ਗੱਲ ਹੈ ਉੱਥੇ ਪੈਰ 'ਚ ਔਂਕੜ ਲੱਗੀ ਹੈ। ਸੋ ਇਹ ਜਿਹੜੀਆਂ ਮਾਤਰਾ ਵੀ ਲੱਗੀਆਂ ਨੇ, ਹਾਲਾਂਕਿ ਬੜੀ ਡੀਪਲੀ ਗੁਰਬਾਣੀ ਵਿਆਕਰਨ ਨੂੰ ਪੜ੍ਹਨਾ ਸਮਝਣਾ ਪੈਂਦਾ ਹੈ, ਫਿਰ ਜਾ ਕੇ ਇਹਨਾਂ ਗੁੱਝੇ ਭੇਦਾਂ ਦੇ ਬਾਰੇ ਸਮਝ ਪੈਂਦੀ। ਹਾਲਾਂਕਿ ਬਾਣੀ ਤਾਂ ਅਗਾਧ ਬੋਧ ਹੈ, ਅੰਤ ਨਹੀਂ ਹੈ, ਪਰ ਜਿੰਨਾ ਕੁ ਸਾਡੇ ਵੱਡੇ ਵਿਦਵਾਨ ਪੁਰਖਾਂ ਨੇ ਪੜ੍ਹਿਆ ਸਮਝਿਆ, ਉਹਨਾਂ ਨੇ ਅੱਗੇ ਸਾਨੂੰ ਸਮਝਾਇਆ, ਉਹ ਜਾਣਨ ਦੇ ਲਈ ਗੁਰਬਾਣੀ ਵਿਚਾਰ ਦੀ ਬਹੁਤ ਜ਼ਰੂਰਤ ਹੈ। ਖੈਰ ਮਹਾਰਾਜ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਧਰਮਾਂ ਤੋਂ ਉੱਤਮ ਧਰਮ ਕਿਹੜਾ ਹੈ, ਸਭ ਤੋਂ ਚੰਗਾ ਧਰਮ ਕਿਹੜਾ ਹੈ। ਇੱਥੇ ਹੁਣ ਵੇਖੋ ਮਹਾਰਾਜ ਜਦੋਂ ਉੱਤਰ ਦਿੰਦੇ ਹਨ, ਇਹ ਨਹੀਂ ਕਹਿੰਦੇ ਕਿ ਸਿੱਖ ਧਰਮ ਸਭ ਤੋਂ ਉੱਤਮ ਹੈ ਤੇ ਦੂਜਿਆਂ ਨੂੰ ਕੋਈ ਮਾੜਾ ਕਹਿਣ। ਮਹਾਰਾਜ ਕਹਿੰਦੇ ਹਰਿ ਕੋ ਨਾਮ ਜਪ ਨਿਰਮਲ ਕਰਮ। ਬੰਦਾ ਕਿਸੇ ਵੀ ਮਜ਼ਹਬ ਦੇ ਵਿੱਚ ਹੋਵੇ, ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਗੁਰੂ ਮਹਾਰਾਜ ਜੀ ਦੀ ਜੋ ਗੁਰਬਾਣੀ ਦੀ ਥਿਊਰੀ ਤੇ ਸਿਧਾਂਤ ਹੈ, ਉਹ ਇੱਕ ਚੰਗਾ ਇਨਸਾਨ ਬਣਾਉਣ ਦੀ ਇੱਕ ਥਿਊਰੀ ਹੈ, ਇੱਕ ਸਿਧਾਂਤ ਹੈ। ਕੋਈ ਹਿੰਦੂ ਹੋਵੇ, ਚੰਗਾ ਇਨਸਾਨ ਹੋਵੇ, ਗੁਰੂ ਪ੍ਰਵਾਨ ਕਰਦੇ ਹਨ। ਕੋਈ ਮੁਸਲਮਾਨ ਹੋਵੇ, ਨੇਕ ਇਨਸਾਨ ਹੋਵੇ, ਗੁਰੂ ਪ੍ਰਵਾਨ ਕਰ। ਕੋਈ ਸਿੱਖ ਹੋ ਕੇ ਜੇ ਬੇਈਮਾਨੀਆਂ, ਠੱਗੀਆਂ, ਹੇਰਾ ਫੇਰੀਆਂ, ਚੁਗਲੀ, ਨਿੰਦਾ, ਝੂਠ ਇਹੀ ਕੰਮ ਕਰਦਾ ਰਵੇ ਤੇ ਫਿਰ ਉੱਤਮ ਥੋੜਾ ਹੈ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਕਵੇ ਮੈਂ ਸਿੱਖ। ਸੋ ਮਹਾਰਾਜ ਕਹਿੰਦੇ ਜਿਹੜਾ ਬੰਦਾ ਹਰਿ ਕੋ ਨਾਮ ਜਪ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਚੰਗੇ ਕੰਮ ਕਰਦਾ ਹੈ, ਉਹ ਉੱਤਮ ਹੈ, ਉਹ ਉੱਤਮ ਧਰਮ ਦਾ ਧਾਰਨੀ। ਇਹੀ ਸਭ ਤੋਂ ਉੱਤਮ ਧਰਮ ਜੇ ਪਰਮੇਸ਼ਰ ਦਾ ਨਾਮ ਜਪਣਾ, ਚੰਗੇ ਕਰਮ ਕਰਨੇ। ਗੁਰੂ ਨਾਨਕ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਨ ਦੇ ਲਈ ਦੇਸਾਂ ਪ੍ਰਦੇਸਾਂ 'ਚ ਸਤਿਗੁਰੂ ਗਏ। ਲੰਬੀਆਂ ਉਦਾਸੀਆਂ, ਪ੍ਰਚਾਰ ਫੇਰੀਆਂ ਉਹਨਾਂ ਕੀਤੀਆਂ। ਬੜੇ ਹਿੰਦੂ ਮਿਲੇ, ਬੜੇ ਮੁਸਲਮਾਨ ਮਿਲੇ। ਹਰ ਇੱਕ ਨੂੰ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ, ਜੇ ਤੂੰ ਹਿੰਦੂ ਹੈ, ਇਹ ਨਹੀਂ ਕਿ ਆਪਣਾ ਮਜ਼ਹਬ ਛੱਡ ਕੇ ਇੱਧਰ ਆ, ਤੂੰ ਸੱਚਾ ਹਿੰਦੂ ਬਣ। ਜੇ ਤੂੰ ਮੁਸਲਮਾਨ ਹੈ, ਸੱਚਾ ਮੁਸਲਮਾਨ ਬਣ। ਜੇ ਤੂੰ ਈਸਾਈ ਹੈ, ਗੁਰੂ ਕਹਿੰਦੇ ਜੋਗੀ ਹੈ, ਸੱਚਾ ਜੋਗੀ, ਸੱਚਾ ਈਸਾਈ ਬਣ, ਸੱਚਾ ਸੁੱਚਾ ਇਨਸਾਨ ਬਣ। ਨਿਰਮਲ ਪੁਰਖ ਦੀ ਗੱਲ ਸਤਿਗੁਰੂ ਨੇ ਕੀਤੀ ਹੈ, ਖਾਲਸ ਪੁਰਖ ਦੀ ਗੱਲ ਗੁਰੂ ਮਹਾਰਾਜ ਨੇ ਕੀਤੀ ਹੈ। ਤੇ ਉਹ ਨਿਰਮਲ ਸ਼ਖਸੀਅਤ ਤੇ ਨਿਰਮਲ ਪੁਰਖ ਬੰਦਾ ਤਾਂ ਹੀ ਬਣ ਸਕਦਾ ਜੇ ਪ੍ਰਮਾਤਮਾ ਦਾ ਨਾਮ ਧਿਆਉਂਦਾ ਤੇ ਚੰਗੇ ਕੰਮ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਧਰਮ ਇਹ ਹੈ, ਸ੍ਰੇਸ਼ਟ ਧਰਮ ਇਹ ਹੈ ਕਿ ਹਰਿ ਕੋ ਨਾਮ ਜਪ, ਨਿਰਮਲ ਕਰਮ। ਬੰਦਾ ਅਕਾਲ ਪੁਰਖ ਦਾ ਨਾਮ ਧਿਆਵੇ, ਚੰਗੇ ਕਰਮ ਕਰੇ। ਸਗਲ ਕਿਰਿਆ ਮੈਂ ਉੱਤਮ ਕਿਰਿਆ। ਕਿਰਿਆ ਦਾ ਮਤਲਬ ਹੈ ਕੰਮ। ਹੁਣ ਸਾਰੇ ਕੰਮਾਂ ਤੋਂ ਉੱਤਮ ਕੰਮ ਕਿਹੜਾ ਹੈ, ਉੱਤਮ ਕਿਰਿਆ ਕਿਹੜੀ ਹੈ? ਕੰਮ ਕਾਰ ਤਾਂ ਵੇਖੋ ਸਾਡੇ ਸਾਰੀ ਜ਼ਿੰਦਗੀ ਹੀ ਚੱਲਦੇ ਹੀ ਰਹਿੰਦੇ। ਬੰਦਾ ਮੁੱਕ ਜਾਂਦਾ ਹੈ, ਕੰਮ ਨਹੀਂ ਮੁੱਕਦੇ ਹਨ।
ਜ਼ਿੰਦਗੀ ਦੀ ਦੌੜ ਭੱਜ ਮੁੱਕਦੀ ਨਹੀਂ ਹੈ। ਅਖੀਰ ਤੇ ਮੰਜੇ ਤੇ ਪਏ ਹੋਏ ਬੰਦੇ ਨੂੰ ਵੀ ਕੰਮਾਂ ਕਾਰਾਂ ਦੀ ਚਿੰਤਾ ਲੱਗੀ ਰਹਿੰਦੀ ਹੈ। ਹੁਣ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਕਿਰਿਆ ਕਿਹੜੀ ਹੈ, ਉੱਤਮ ਕਰਮ ਕਿਹੜਾ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਸਾਧ ਸੰਗਤ 'ਚ ਜੁੜ ਕੇ ਆਪਣੇ ਅੰਦਰ ਦੀ ਭੈੜੀ ਮਤ ਨੂੰ ਖਤਮ ਕਰਨਾ ਸਭ ਤੋਂ ਚੰਗਾ ਕਰਮ ਹੈ। ਜਿਹੜੇ ਬੰਦੇ ਨੇ ਇਹ ਕੰਮ ਕਰ ਲਿਆ ਨਾ, ਉਹਦੇ ਫਿਰ ਬਾਕੀ ਦੇ ਸਾਰੇ ਕੰਮ ਵੀ ਚੰਗੇ ਹੁੰਦੇ ਹਨ। ਕਿਉਂਕਿ ਸਤ ਸੰਗਤ 'ਚ ਜੁੜੇ ਮਨ 'ਚ ਜਿਹੜੀ ਪਾਪਾਂ ਦੀ ਮੈਲ ਸੀ, ਪਾਪਾਂ ਦਾ ਬੀਜ ਸੀ, ਉਹ ਬੀਜ ਖਤਮ ਹੋ ਗਿਆ। ਜਦੋਂ ਮਾੜੇ ਕਰਮ ਦਾ ਬੀਜ ਹੀ ਖਤਮ ਹੋ ਗਿਆ, ਫਿਰ ਮਾੜਾ ਕਰਮ ਕਿੱਥੋਂ ਹੋਵੇਗਾ? ਤੇ ਜੇ ਵੇਖੋ ਮਾੜੇ ਕੰਮ ਦਾ ਬੀਜ ਮਨ 'ਚ ਮੌਜੂਦ ਹੈ, ਕਿਤੇ ਨਾ ਕਿਤੇ ਮੌਕਾ ਬਣਦਾ ਹੈ ਤੇ ਬੰਦਾ ਮਾੜਾ ਕੰਮ ਕਰ ਹੀ ਦਿੰਦਾ ਹੈ। ਜ਼ਿਮੀਂਦਾਰ ਫਸਲ ਬੀਜਦੇ ਹਨ ਤੇ ਖਾਸ ਤੌਰ ਤੇ ਪੰਜਾਬ ਅੰਦਰ ਆਪ ਜਾਣਦੇ ਹੋ ਜ਼ਿਆਦਾ ਕੀ ਹੁੰਦਾ ਹੈ, ਇੱਕ ਸੀਜ਼ਨ ਕਣਕ ਦਾ, ਇੱਕ ਸੀਜ਼ਨ ਝੋਨੇ ਦਾ, ਇੱਦਾਂ ਲਗਾਤਾਰ ਉਹ ਚੱਲਦੇ ਹਨ। ਤੇ ਉਹ ਜਿਹੜੇ ਖਾਸ ਤੌਰ ਤੇ ਖੇਤੀਬਾੜੀ ਵਿਭਾਗ ਵਾਲੇ ਮਾਹਰ ਲੋਕ ਹਨ, ਉਹ ਫਿਰ ਜ਼ਿਮੀਂਦਾਰਾਂ ਨੂੰ ਸਮਝਾਉਂਦੇ ਹਨ ਕਿ ਵੇਖੋ ਇੱਕੋ ਫਸਲੀ ਚੱਕਰ ਦੇ ਵਿੱਚ ਤੁਸੀਂ ਪਏ ਹੋ, ਇੱਕ ਵਾਰ ਉਹ ਫਸਲ ਬੀਜ ਲਈ, ਇੱਕ ਵਾਰ ਉਹ ਬੀਜ ਲਈ, ਇਹਦੇ ਨਾਲ ਝਾੜ ਪ੍ਰਭਾਵਿਤ ਹੁੰਦਾ ਹੈ। ਤੇ ਦੂਜੇ ਨੰਬਰ ਤੇ ਖੇਤ ਦੇ ਵਿੱਚ ਬਹੁਤ ਸਾਰਾ ਨਦੀਨ ਤੇ ਗੁੱਲੀ ਡੰਡਾ ਤੇ ਘਾਹ ਆਦਿਕ ਵੀ ਇਹਦੇ ਨਾਲ ਉੱਗਦਾ ਹੈ, ਜਿਹਦੇ ਨਾਲ ਫਸਲ ਪ੍ਰਭਾਵਿਤ ਹੁੰਦੀ ਹੈ। ਤੇ ਉਹ ਸਮਝਾਉਂਦੇ ਹਨ ਕਿ ਤੁਸੀਂ ਆਪਣੇ ਫਸਲੀ ਝਾੜ ਨੂੰ ਜਿਹੜੀ ਰੋਟੇਸ਼ਨ ਹੈ ਇਹਨੂੰ ਬਦਲੋ, ਬਾਰ-ਬਾਰ ਬਦਲ ਕੇ ਫਸਲਾਂ ਬੀਜਿਆ ਕਰੋ। ਤੇ ਉਹ ਕਈ ਵਾਰ ਕੀ ਹੁੰਦਾ ਹੈ, ਇੱਕ ਵਾਰ ਇੱਕ ਫਸਲ ਬੀਜੀ, ਦੂਜੀ ਬੀਜੀ, ਤੀਜੀ ਬੀਜੀ, ਉਹ ਜਿਹੜੀ ਇੱਕ ਘਾਹ ਨਦੀਨ ਹੈ ਉਹ ਕਈ ਵਾਰ ਖੇਤ 'ਚ ਨਹੀਂ ਉੱਗਦਾ ਹੈ ਤੀਜੀ ਵਾਰ। ਪਰ ਜਦੋਂ ਜ਼ਿਮੀਂਦਾਰ ਚੌਥੀ ਵਾਰ, ਪੰਜਵੀਂ ਵਾਰ ਕੋਈ ਹੋਰ ਫਸਲ ਬੀਜਦਾ ਹੈ, ਉਹ ਫੇਰ ਉੱਗ ਪੈਂਦਾ ਹੈ। ਤੇ ਉਹ ਫਿਰ ਇਹਦੇ ਬਾਰੇ ਰਿਸਰਚ ਕੀਤੀ ਗਈ ਕਿ ਇਹਦਾ ਕਾਰਨ ਕੀ ਹੈ। ਜੇ ਉਹ ਦੁਬਾਰਾ ਫਸਲ ਤੋਂ ਵਿੱਚ ਘਾਹ ਨਦੀਨ ਉੱਗਿਆ ਹੀ ਨਹੀਂ ਹੈ, ਫਿਰ 2-4 ਸਾਲਾਂ ਬਾਅਦ ਉਹ ਕਿੱਦਾਂ ਉੱਗ ਪਿਆ? ਉਹਦਾ ਤਾਂ ਬੀਜ ਹੀ ਨਹੀਂ ਸੀ। ਉਹ ਫਿਰ ਉਹਨਾਂ ਨੇ ਜ਼ਮੀਨ ਦੇ ਕੁਝ ਨਮੂਨੇ ਲਏ ਮਿੱਟੀ ਦੇ, ਉਹਦੇ 'ਚੋਂ ਇੱਕ ਰਿਸਰਚ ਕੀਤੀ। ਤੇ ਉਸ ਰਿਸਰਚ ਦੇ ਵਿੱਚ ਕੀ ਪਾਇਆ ਗਿਆ ਕਿ ਉਹ ਜਿਹੜਾ ਨਦੀਨ ਜਾਂ ਹੋਰ ਫਾਲਤੂ ਘਾਹ ਆਦਿਕ ਸੀ, ਉਹ ਬੇਸ਼ੱਕ ਨਹੀਂ ਉੱਗਿਆ ਇੱਕ ਵਾਰ, 2 ਵਾਰ, ਪਰ ਤੀਜੇ ਸਾਲ, ਚੌਥੇ ਸਾਲ ਕਿਉਂ ਉੱਗ ਪਿਆ? ਉਹ ਕਹਿੰਦੇ ਬੀਜ ਤੇ ਇਹਦੇ ਵਿੱਚ ਮੌਜੂਦ ਸੀ, ਪਰ ਬੀਜ ਨੂੰ ਉੱਗਣ ਦੇ ਲਈ ਕਈ ਵਾਰ ਉਹ ਮਾਹੌਲ ਨਹੀਂ ਮਿਲਦਾ ਹੈ ਜਿਹਦੇ 'ਚ ਉਹ ਬੀਜ ਉੱਗ ਸਕੇ। ਤੇ ਜਦੋਂ ਉਹ ਮਾਹੌਲ ਮਿਲ ਗਿਆ, ਇੱਕਦਮ ਉਸੇ ਤਰ੍ਹਾਂ ਘਾਹ ਨਦੀਨ ਉੱਗ ਪੈਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਕਈ ਵਾਰ ਬੰਦਾ ਕਹਿ ਦਿੰਦਾ ਜੀ ਵੇਖੋ ਮੈਂ ਬੜਾ ਚੰਗਾ, ਮੈਂ ਬੜਾ ਧਰਮੀ, ਪਰ ਅੰਦਰ ਪਾਪਾਂ ਦਾ ਬੀਜ ਮੌਜੂਦ ਹੁੰਦਾ ਹੈ, ਪਾਪਾਂ ਦਾ ਬੀਜ ਮੌਜੂਦ ਹੁੰਦਾ ਹੈ। ਉਹ ਫਿਰ ਜਦੋਂ ਕਦੇ ਉਦਾਂ ਦਾ ਮਾਹੌਲ ਮਿਲਦਾ ਹੈ ਤੇ ਫਿਰ ਉਹ ਬੰਦਾ ਪਾਪ ਕਰ ਹੀ ਦਿੰਦਾ ਹੈ। ਫਿਰ ਆਪਾਂ ਕਹਿੰਦੇ ਜੀ ਬੰਦਾ ਹੈ ਤੇ ਨਹੀਂ ਸੀ ਇਦਾਂ ਦਾ, ਇਹਦਾ ਕੰਮ ਕਰ ਕਿੱਦਾਂ ਦਿੱਤਾ? ਹੈਰਾਨ ਸਾਰੇ ਹੁੰਦੇ ਨੇ ਕਿ ਬੰਦਾ ਤੇ ਵੇਖਣ ਨੂੰ ਬੜਾ ਭਲਾ ਸੀ, ਸਭ ਨਾਲ ਮਿੱਠਾ ਬੋਲਦਾ ਸੀ, ਕਿਸੇ ਨਾਲ ਝਗੜਾ ਹੀ ਨਹੀਂ ਸੀ ਕਰਦਾ, ਫਿਰ ਅੱਜ ਉਹਨੇ ਕਤਲ ਤੱਕ ਕਰ ਦਿੱਤਾ, ਕਿੱਦਾਂ ਹੋ ਗਿਆ? ਉਹ ਕਾਰਨ ਕੀ ਹੈ? ਮਹਾਰਾਜ ਕਹਿੰਦੇ ਅੰਦਰ ਉਹ ਇੱਕ ਬਿਰਤੀ ਮੌਜੂਦ ਸੀ, ਪਰ ਉਹਨੂੰ ਢੱਕਿਆ ਪਿਆ ਸੀ ਤੇ ਉਹ ਉਦਾਂ ਦਾ ਮਾਹੌਲ ਨਹੀਂ ਸੀ ਮਿਲਿਆ। ਜਦੋਂ ਮਾਹੌਲ ਮਿਲਿਆ ਤੇ ਉਹ ਕੰਮ ਹੋ ਗਿਆ, ਐਕਸ਼ਨ ਹੋ ਗਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਚੋਂ ਪਾਪਾਂ ਵਾਲੀ ਬਿਰਤੀ ਨੂੰ, ਗੁਨਾਹਾਂ ਵਾਲੀ ਬਿਰਤੀ ਨੂੰ, ਦੁਰਮਤ ਵਾਲੀ ਬਿਰਤੀ ਨੂੰ ਖਤਮ ਕਰਨਾ ਹੈ। ਉਹ ਹੁਣ ਬਿਰਤੀ ਕਿੱਦਾਂ ਬਦਲ ਸਕਦੀ, ਸੁਭਾਅ ਅੰਦਰ ਦਾ ਕਿੱਦਾਂ ਬਦਲ ਸਕਦਾ, ਐਨ ਮੂਲ ਤੋਂ ਜੜ ਤੋਂ ਵਿਕਾਰੀ ਅਵਗੁਣਾ ਵਾਲੀ ਬਿਰਤੀ ਦਾ ਬੀਜ ਕਿੱਦਾਂ ਖਤਮ ਹੋ ਸਕਦਾ ਕਿ ਸਾਡੇ ਬਾਹਰ ਦੇ ਜਿੰਨੇ ਕੰਮ, ਜਿੰਨੇ ਐਕਸ਼ਨ ਸਾਰੇ ਅਤ ਉੱਤਮ ਹੋਣ। ਉਹਦੇ ਲਈ ਜ਼ਰੂਰੀ ਹੈ ਬੰਦਾ ਅੰਦਰ ਦੇ ਪਾਪਾਂ ਦੇ ਬੀਜ ਨੂੰ ਖਤਮ ਕਰੇ। ਤੇ ਉਹ ਖਤਮ ਕਿੱਦਾਂ ਹੋ ਸਕਦਾ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਜਦੋਂ ਆਪਾਂ ਸੰਗਤ 'ਚ ਜੁੜ ਕੇ ਅੰਦਰੋਂ ਭੈੜੀ ਮੱਤ ਵਾਲੀ ਮੈਲ ਨੂੰ ਹੀ ਖਤਮ ਕਰ ਲਿਆ, ਮਾੜੇ ਸੁਭਾਅ ਨੂੰ ਹੀ ਖਤਮ ਕਰ ਲਿਆ, ਅੰਦਰੋਂ ਪਾਪਾਂ ਦੇ ਬੀਜ ਨੂੰ ਹੀ ਖਤਮ ਕਰ ਲਿਆ, ਤੇ ਫਿਰ ਬੰਦਾ ਪਾਪ ਨਹੀਂ ਕਮਾਉਂਦਾ ਹੈ,
ਫਿਰ ਗੁਨਾਹ ਨਹੀਂ ਕਮਾਉਂਦਾ, ਫਿਰ ਅਵਗਣ ਨਹੀਂ ਕਮਾਉਂਦਾ ਹੈ। ਬਾਹਰ ਦਾ ਬੇਸ਼ੱਕ ਕਿਸੇ ਵਕਤ ਕੋਈ ਇਦਾਂ ਦਾ ਮਾਹੌਲ ਵੀ ਬਣ ਜਾਵੇ, ਪਰ ਜਿਹਨੇ ਇੱਕ ਚੰਗੇ ਸੁਭਾਅ ਨੂੰ ਧਾਰਨ ਕਰ ਲਿਆ, ਉਹ ਹਰ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਉੱਤਮ ਹੀ ਬਣ ਕੇ ਰਹਿੰਦਾ ਹੈ। ਉਹ ਬਿਰਤੀ ਬਣਦੀ ਹੈ ਸਤ ਸੰਗਤ 'ਚ ਜੁੜਿਆ। ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਕਿਰਿਆ, ਉੱਤਮ ਕਰਮ ਇਹ ਹੈ ਕਿ ਜੀਵ ਸਾਧ ਸੰਗਤ 'ਚ ਜੁੜ ਕੇ ਆਪਣੇ ਮਨ ਦੀ ਮੈਲ ਖਤਮ ਕਰੇ। ਅੱਗੇ ਮਹਾਰਾਜ ਕਹਿੰਦੇ ਸਗਲ ਉਦਮ ਮੈਂ ਉਦਮ ਭਲਾ। ਹੁਣ ਵੇਖੋ, ਉਦਮ ਤਾਂ ਆਪਾਂ ਸਾਰੇ ਹੀ ਕਰਦੇ ਹਾਂ। ਬੰਦੇ ਨੇ ਕਿਰਤ ਵਿਰਤ ਕਰਨੀ, ਸਵੇਰੇ ਨੌਕਰੀ ਤੇ ਜਾਣਾ, ਦੁਕਾਨ ਤੇ ਜਾਣਾ, ਉਦਮ ਹੋਵੇਗਾ ਬੰਦਾ ਕਿਰਤ ਕਰੇਗਾ। ਆਲਸੀ ਬੰਦਾ ਭਗਤੀ ਵੀ ਨਹੀਂ ਕਰ ਸਕਦਾ, ਆਲਸੀ ਬੰਦਾ ਕਮਾਈ ਵੀ ਨਹੀਂ ਕਰ ਸਕਦਾ ਹੈ। ਮਹਾਰਾਜ ਕਹਿੰਦੇ ਭਗਤੀ ਦੇ ਲਈ ਵੀ, ਧਰਮ ਕਮਾਉਣ ਦੇ ਲਈ ਵੀ ਉਦਮ ਦੀ ਲੋੜ ਹੈ, ਤੇ ਧਨ ਕਮਾਉਣ ਦੇ ਲਈ ਵੀ ਉਦਮ ਦੀ ਲੋੜ ਹੈ। ਇਸੇ ਕਰਕੇ ਗੁਰੂ ਕੀ ਬਾਣੀ ਦਾ ਬਚਨ ਵੀ ਹੈ ਕਿ ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹੁਣ ਮਹਾਰਾਜ ਕਹਿੰਦੇ ਉਦਮ ਵੀ ਕਈ ਤਰ੍ਹਾਂ ਦਾ ਹੁੰਦਾ ਜੀ। ਵੇਖੋ, ਗੁਰੂ ਮਹਾਰਾਜ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ, ਭਾਈ ਸਿੱਖਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦੀ ਬੰਦਗੀ ਕਰ, ਭਗਤੀ ਕਰ। ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜੈ ਚਾਉ। ਸਿੱਖੀ ਅੰਦਰ ਅੰਮ੍ਰਿਤ ਵੇਲੇ ਦੀ ਮਹਾਨਤਾ। ਪਰ ਹੁਣ ਅਸੀਂ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ ਬੜਾ ਔਖਾ ਹੈ ਜੀ, ਬੜਾ ਔਖਾ। ਸਵੇਰੇ ਸਵੇਰੇ ਤੜਕੇ ਉੱਠਣਾ, ਭਗਤੀ ਕਰਨੀ। 4 ਵਜੇ ਕੌਣ ਉੱਠੇ, 5 ਵਜੇ ਕੌਣ ਉੱਠੇ, 2:30 3 ਵਜੇ ਕੌਣ ਉੱਠੇ, ਬੜਾ ਔਖਾ ਹੈ। ਉਦਮ ਨਹੀਂ ਹੁੰਦਾ ਹੈ। ਪਰ ਜਦੋਂ ਫਲਾਈਟ ਫੜਨੀ ਹੁੰਦੀ ਹੈ ਤੇ ਭਾਵੇਂ 3 ਵਜੇ ਦਾ ਟਾਈਮ ਵੀ ਹੋਵੇ, ਬੰਦਾ ਝੱਟ ਉੱਠ ਪੈਂਦਾ ਹੈ। ਉਦੋਂ ਕਿੱਦਾਂ ਉਦਮ ਕਰ ਲੈਂਦਾ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਚੋਰ ਅੱਧੀ ਰਾਤ ਚੋਰੀ ਕਰਨ ਜਾਣ ਦੇ ਲਈ ਤੇ ਉਦਮੀ ਐਨ ਹੋ ਜਾਂਦਾ ਹੈ, ਪਰ ਭਗਤੀ ਕਰਨ ਵਾਰੀ ਕੋਈ ਮਾੜਾ ਕੰਮ ਕਰਨਾ ਹੋਵੇ ਬੰਦਾ ਅੱਧੀ ਰਾਤ ਵੀ। ਇਹਨੂੰ ਗੁਰੂ ਨੇ ਬਾਣੀ 'ਚ ਕਿਹਾ, ਰੇ ਮੂੜੇ ਲਾਹੇ ਕੋ ਟੂਟੀ ਲਾਟੀ ਲਾ, ਟੋਟੇ ਕਾ ਬੇਗ ਧਾਇਆ। ਗੁਰੂ ਕਹਿੰਦੇ ਚੰਗਿਆਈ ਆਲਕ ਕਰੇ, ਚੰਗੇ ਕੰਮਾਂ ਵਾਰੀ ਤੇ ਬੰਦਾ ਆਲਸੀ ਹੋ ਜਾਂਦਾ ਹੈ। ਬੁਰਿਆਈ ਹੋਏ ਸ਼ੇਰ ਬੁਰੇ ਕੰਮ ਦੇ ਲਈ ਤੇ ਐਨ ਉੱਠ ਖਲੋਂਦਾ ਹੈ। ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਉੱਠ ਖਲੋਇਆ। ਇਹ ਬਿਰਤੀ ਹੈ ਬੰਦੇ ਦੀ। ਹੁਣ ਉਦਮ ਤਾਂ ਵੇਖੋ ਪਾਪ ਕਰਨ ਦੇ ਲਈ ਵੀ ਕਰਨਾ ਪੈਂਦਾ, ਉਦਮ ਧਰਮ ਕਰਨ ਦੇ ਲਈ ਵੀ ਕਰਨਾ ਪੈਂਦਾ ਹੈ। ਉਦਮੀ ਇੱਕ ਚੋਰ ਵੀ ਹੈ, ਉਦਮੀ ਇੱਕ ਭਗਤ ਵੀ ਹੈ। ਪਰ ਗੱਲ ਇਹ ਹੈ ਕਿ ਚੰਗਾ ਉਦਮ ਕਿਹੜਾ ਹੈ, ਉੱਤਮ ਉਦਮ ਕਿਹੜਾ ਹੈ। ਮਹਾਰਾਜ ਕਹਿੰਦੇ ਸਗਲ ਉਦਮ ਮੈਂ ਉਦਮ ਭਲਾ। ਸਾਰੇ ਉਦਮਾਂ ਚੋਂ ਉੱਤਮ ਉਦਮ ਕਿਹੜਾ ਹੈ? ਹਰ ਕਾ ਨਾਮ ਜਪੋ ਜੀ ਸਦਾ। ਬੰਦਾ ਐਨ ਉਦਮੀ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ, ਉਦਮੀ ਬਣ ਕੇ ਗੁਰੂ ਘਰ ਆਵੇ। ਇਹ ਉੱਤਮ ਉਦਮ ਹੈ, ਇਹ ਚੰਗਾ ਉਦਮ ਹੈ। ਤੇ ਕੀਤੇ ਹੋਏ ਚੰਗੇ ਉਦਮ ਦਾ ਫਲ ਵੀ ਉੱਤਮ ਹੈ, ਕੀਤੇ ਹੋਏ ਮਾੜੇ ਉਦਮ ਦਾ ਫਲ ਵੀ ਉਸੇ ਤਰ੍ਹਾਂ ਦਾ ਮਿਲਣਾ ਹੈ। ਸੋ ਮਹਾਰਾਜ ਕਹਿੰਦੇ ਗੁਰੂ ਕਿਆ ਸਿੱਖਾ ਉਦਮੀ ਬਣ। ਸਿੱਖ ਜੀਵਨ ਦੇ ਹਰ ਪੱਖ ਦੇ ਵਿੱਚ ਉਦਮੀ ਹੋਵੇ। ਵੇਖੋ, ਜੀਵਨ ਅੰਦਰ ਪ੍ਰਾਪਤੀਆਂ ਉਦਮੀ ਬੰਦਾ ਹੀ ਕਰਦਾ ਹੈ। ਆਲਸੀ ਬੰਦਾ ਜੀਵਨ ਦੇ ਕਿਸੇ ਪੱਖ ਤੇ ਪ੍ਰਾਪਤੀ ਨਹੀਂ ਕਰ ਸਕਦਾ। ਵਾਹਿਗੁਰੂ ਦੀਆਂ ਬੜੀਆਂ ਮਿਹਰਾਂ ਨੇ ਸਾਡੇ ਤੇ। ਅਸੀਂ ਆਪਣੀ ਕਿਰਤ ਪ੍ਰਤੀ, ਕੰਮਾਂ ਕਾਰਾਂ ਧੰਦਿਆਂ ਦੇ ਪ੍ਰਤੀ ਬੜੇ ਉਦਮੀ ਹਾਂ, ਪਰ ਨਾਲ ਦੀ ਨਾਲ ਧਰਮ ਵਾਲੇ ਪਾਸਿਓਂ ਵੀ ਉਸੇ ਤਰ੍ਹਾਂ ਦੇ ਉਦਮੀ ਬਣ ਕੇ ਤੇ ਅਧਿਆਤਮਕ ਤੇ ਧਾਰਮਿਕ ਪੱਖ ਤੋਂ ਵੀ ਆਪਾਂ ਉੱਚੀਆਂ ਪ੍ਰਾਪਤੀਆਂ ਕਰਨੀਆਂ ਹਨ। ਇਹਦੇ ਲਈ ਜ਼ਰੂਰੀ ਹੈ ਫਿਰ ਨਾਮ ਜਪਣ ਦਾ ਉਦਮ ਕਰੀਏ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ। ਬਾਣੀ ਸ਼ਬਦ ਦਾ ਮਤਲਬ ਹੈ ਬੋਲ। ਹੁਣ ਆਪਾਂ ਬੰਦਾ ਸਾਰੀ ਦਿਹਾੜੀ ਬੋਲਦਾ ਹੈ। ਬੱਚਾ ਛੋਟਾ ਜਿਹਾ ਬੋਲਣਾ ਸਿੱਖਦਾ ਹੈ, ਫਿਰ ਜ਼ਿੰਦਗੀ ਦੇ ਅਖੀਰਲੇ ਸਮੇਂ ਤੱਕ ਲਗਾਤਾਰ ਬੋਲਦਾ ਹੈ। ਸਵੇਰ ਤੋਂ ਲੈ ਕੇ ਆਪਾਂ ਸ਼ਾਮ ਤੱਕ ਬੋਲਦੇ ਹਾਂ। ਕਈ ਪ੍ਰਕਾਰ ਦੇ ਬੋਲ ਬੋਲਦੇ ਹਾਂ। ਮਿੱਠਾ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਕਿਸੇ ਨੂੰ ਝਿੜਕਦੇ ਹਾਂ, ਕਿਸੇ ਨੂੰ ਪਿਆਰ ਵਾਲੇ ਬੋਲ ਬੋਲਦੇ ਹਾਂ। ਮਹਾਰਾਜ ਨੇ ਵੈਸੇ ਬੋਲਣ ਦੇ ਬਾਰੇ ਗੁਰਬਾਣੀ 'ਚ ਬਹੁਤ ਕੁਝ ਸਮਝਾਇਆ ਹੈ। ਮਹਾਰਾਜ ਕਹਿੰਦੇ ਬੰਦਾ ਘੱਟ ਬੋਲੇ ਪਰ ਉੱਤਮ ਬੋਲੇ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਬੋਲ ਉਹ ਬੋਲੋ ਜਿਹੜੇ ਬੋਲ ਬੋਲਣ ਦੇ ਨਾਲ ਸਾਨੂੰ ਬੋਲਣ ਵਾਲੇ ਨੂੰ ਵੀ ਇੱਜ਼ਤ ਮਿਲੇ ਤੇ ਜਿਹਨੂੰ ਆਪਾਂ ਬੋਲਦੇ ਪਏ ਆ ਉਹਨੂੰ ਵੀ ਇੱਜ਼ਤ ਮਹਿਸੂਸ ਹੋਵੇ।
ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਮਹਾਰਾਜ ਕਹਿੰਦੇ ਇਹ ਮੂਰਖ ਮਨਾ, ਚੇਤੇ ਰੱਖੀ ਫਿੱਕਾ ਕੌੜਾ ਬੋਲ ਬੋਲਣ ਦੇ ਨਾਲ ਬੰਦਾ ਖੁਆਰ ਹੁੰਦਾ ਹੈ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਹੁਣ ਬੋਲ ਬੰਦਾ ਸਾਰੀ ਦਿਹਾੜੀ ਬੋਲਦਾ ਹੈ, ਪਰ ਉੱਤਮ ਬੋਲ ਚੰਗੇ ਬੋਲ ਕਿਹੜੇ ਹਨ? ਮਹਾਰਾਜ ਕਹਿੰਦੇ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ। ਸਾਰੇ ਬੋਲਾਂ ਚੋਂ ਅੰਮ੍ਰਿਤ ਸਮਾਨ ਬੋਲ ਕਿਹੜੇ ਹਨ? ਹਰ ਕੋ ਜਸ ਸੁਣ ਰਸਨ ਬਖਾਣੀ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੋਲਣਾ, ਨਾਮ ਸੁਣਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਇਸ ਜ਼ੁਬਾਨ ਤੋਂ ਵਾਹਿਗੁਰੂ ਦੀ ਵਡਿਆਈ ਨੂੰ ਗਾਉਣਾ, ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਗਾਉਣਾ, ਗੁਰੂ ਕੀ ਉੱਤਮ ਬਾਣੀ ਨੂੰ ਜ਼ੁਬਾਨ ਤੋਂ ਗਾਉਣਾ ਸਭ ਤੋਂ ਉੱਤਮ ਬੋਲ ਹਨ। ਕਿ ਸਾਡੀ ਇਹ ਰਸਨਾ, ਸਾਡਾ ਇਹ ਕੰਠ, ਸਾਡਾ ਇਹ ਹਿਰਦਾ ਹਰ ਵਕਤ ਗੁਰੂ ਕੀ ਬਾਣੀ ਦੇ ਨਾਲ ਜੁੜਿਆ ਰਵੇ। ਸਗਲ ਥਾਨ ਤੇ ਉੱਤਮ ਥਾਨ। ਮਹਾਰਾਜ ਕਹਿੰਦੇ ਸਾਰੀਆਂ ਥਾਵਾਂ ਤੋਂ ਉੱਤਮ ਥਾਂ ਕਿਹੜੀ ਹੈ? ਇੱਥੇ ਵੀ ਵੇਖੋ ਪਹਿਲੇ ਥਾਨ ਦੇ ਔਂਕੜ ਨਹੀਂ ਲੱਗੀ ਹੈ, ਦੂਜੇ ਥਾਨ ਦੇ ਔਂਕੜ ਲੱਗੀ ਹੈ। ਸਾਰੀਆਂ ਥਾਵਾਂ ਤੋਂ ਉਹ ਇੱਕ ਉੱਤਮ ਜਗ੍ਹਾ ਕਿਹੜੀ ਹੈ? ਉੱਤਮ ਥਾਂ ਕਿਹੜੀ ਹੈ? ਨਾਨਕ ਜੇ ਘਟ ਵਸੈ ਹਰ ਨਾਮ। ਉਹ ਜਗ੍ਹਾ ਸਾਰਿਆਂ ਤੋਂ ਉੱਤਮ ਹੈ। ਜਿਹੜੀ ਜਗ੍ਹਾ 'ਚ ਆਉਣ ਦੇ ਨਾਲ, ਜਿਹੜੀ ਜਗ੍ਹਾ ਤੇ ਬਹਿਣ ਦੇ ਨਾਲ ਸਾਡੇ ਹਿਰਦੇ 'ਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸ ਜਾਵੇ, ਉਹ ਜਗ੍ਹਾ ਸਭ ਤੋਂ ਉੱਤਮ ਹੈ। ਤੇ ਉਹ ਜਗ੍ਹਾ ਹੈ ਸਾਧ ਸੰਗਤ, ਜਿੱਥੇ ਆਪਾਂ ਜੁੜਦੇ ਹਾਂ, ਗੁਰੂ ਕੀਆਂ ਬਾਤਾਂ ਹੁੰਦੀਆਂ ਨੇ, ਗੁਰੂ ਕਾ ਕੀਰਤਨ ਚੱਲਦਾ, ਗੁਰੂ ਕੀ ਬਾਣੀ ਦੀ ਵਿਚਾਰ ਚੱਲਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਵੇਖੋ ਇਸ ਮਾਘ ਦੇ ਮਹੀਨੇ 'ਚ ਕੁਝ ਸੰਗਤਾਂ ਦਾ ਸਵਾਲ ਹੈ ਜੀ, ਗੁਰਬਾਣੀ ਦੇ ਇਹ ਜਿਹੜੇ ਪਾਠ ਦੀ ਲੜੀ ਮਾਘ ਦੇ ਮਹੀਨੇ 'ਚ ਚੱਲਦੀ ਹੈ, ਬਹੁਤ ਸਾਰੇ ਸਿੱਖ ਅਸਥਾਨ, ਹਾਲਾਂਕਿ ਸਾਰੀਆਂ ਜਗ੍ਹਾ ਨਹੀਂ, ਬਹੁਤ ਸਾਰੀਆਂ ਜਗ੍ਹਾ ਤੇ ਇਹ ਪਾਠ ਦੀ ਲੜੀ ਚੱਲਦੀ ਹੈ। ਪੂਰਾ ਮਹੀਨਾ ਆਪਾਂ ਗੁਰਬਾਣੀ ਦਾ ਪਾਠ ਕਰਦੇ। ਉਹਦਾ ਕਾਰਨ ਕੀ ਹੈ? ਅਸਲ 'ਚ ਜਦੋਂ ਆਪਾਂ ਖਾਸ ਤੌਰ ਤੇ ਆਪਣੇ ਪੰਜਾਬ ਤੇ ਹਿੰਦੁਸਤਾਨ ਦੇ ਕਲਚਰ ਨੂੰ ਵੇਖਦੇ ਹਾਂ, ਕੁਝ ਚੀਜ਼ਾਂ ਦਾ ਵੇਖੋ ਸਿੱਧਾ ਸਾਡੇ ਇਤਿਹਾਸ ਦੇ ਨਾਲ ਸੰਬੰਧ ਹੈ, ਪਰ ਕੁਝ ਕਰਮ ਐਸੇ ਹਨ ਜੋ ਸਾਡੇ ਬਜ਼ੁਰਗਾਂ ਨੇ ਤਾਂ ਸ਼ੁਰੂ ਕੀਤੇ ਕਿ ਆਪਾਂ ਇੱਧਰ ਉੱਧਰ ਦੂਜੇ ਅਨਮਤ ਦੇ ਧਰਮਾਂ ਜਾਂ ਹੋਰ ਵਹਿਮਾਂ ਭਰਮਾਂ ਪਖੰਡਾਂ 'ਚ ਨਾ ਪਈਏ ਤੇ ਆਪਣੇ ਧਰਮ ਕਰਮ ਤੇ ਬਾਣੀ ਦੇ ਨਾਲ ਜੁੜੀਏ। ਹਿੰਦੂ ਧਰਮ ਦੀ ਇੱਕ ਥਿਊਰੀ ਹੈ, ਉਹ ਲੋਕ ਮਾਘ ਦੇ ਮਹੀਨੇ ਨੂੰ ਸਭ ਤੋਂ ਉੱਤਮ ਮਹੀਨਾ ਮੰਨਦੇ ਹਨ ਤੇ ਮਾਘ ਦੇ ਮਹੀਨੇ 'ਚ ਲੋਕ ਤੀਰਥਾਂ ਤੇ ਇਸ਼ਨਾਨ ਦੇ ਲਈ ਜਾਂਦੇ ਹਨ। ਤੇ ਉਹ ਇੱਕ ਮਾਹੌਲ ਇਦਾਂ ਦਾ ਬਣਦਾ, ਕਿਉਂਕਿ ਬਹੁ ਗਿਣਤੀ ਹਿੰਦੂ ਲੋਕ ਤੀਰਥਾਂ ਦੇ ਇਸ਼ਨਾਨ ਦੇ ਲਈ ਜਾਂਦੇ ਨੇ, ਮਾਹੌਲ ਇਦਾਂ ਦਾ ਬਣਦਾ ਜਿਹੜੇ ਸਿੱਖ ਵੀ ਹਨ ਉਹ ਵੀ ਫਿਰ ਸੋਚਦੇ ਹਨ ਕਿ ਅਸੀਂ ਵੀ ਕੁਝ ਨਾ ਕੁਝ ਕਰੀਏ। ਜਿਵੇਂ ਦੀਵਾਲੀ ਦਾ ਦਿਹਾੜਾ ਹੈ, ਉਹ ਹੁਣ ਉਹਨੂੰ ਬੰਦੀ ਛੋੜ ਰੂਪ ਦੇ ਵਿੱਚ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਇੱਕ ਮਾਹੌਲ ਇਦਾਂ ਦਾ ਕ੍ਰੀਏਟ ਹੁੰਦਾ ਹੈ ਤੇ ਉਹ ਫਿਰ ਸਿੱਖ ਵੀ ਚਾਹੁੰਦੇ ਹਨ ਕਿ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਸੈਲੀਬ੍ਰੇਟ ਕਰੀਏ। ਉਹਦੇ ਲਈ ਫਿਰ ਇੱਕ ਇਹ ਸਿਧਾਂਤ, ਇਹ ਇਤਿਹਾਸ ਪੱਖ ਜੋੜ ਕੇ ਇਹ ਸਮਝਾਇਆ ਗਿਆ ਕਿ ਇਹਨੂੰ 6ਵੇਂ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਜੋੜ ਕੇ ਆਪਾਂ ਮਨਾਵਾਂਗੇ। ਹੁਣ ਮਾਘ ਦੇ ਮਹੀਨੇ 'ਚ ਉਹ ਮਾਹੌਲ ਇਦਾਂ ਦਾ ਬਣਦਾ, ਹਿੰਦੂ ਲੋਕ ਤੀਰਥਾਂ ਦੇ ਇਸ਼ਨਾਨ ਦੇ ਲਈ ਜਾਂਦੇ ਸਨ, ਕੁਝ ਸਿੱਖ ਵੀ ਭਰਮਾਂ ਭੁਲੇਖਿਆਂ ਕਰਕੇ ਉਧਰ ਨੂੰ ਤੁਰ ਪੈਂਦੇ ਸਨ। ਤੇ ਗੁਰੂ ਕੀ ਬਾਣੀ ਦਾ ਤੇ ਸਿਧਾਂਤ ਇਹ ਹੈ ਕਿ ਸਿੱਖ ਦੇ ਲਈ ਗੁਰ ਸਮਾਨ ਤੀਰਥ ਨਹੀਂ ਕੋਏ। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਹਦੇ ਲਈ ਫਿਰ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਿਹਾ ਇੱਧਰ ਉੱਧਰ ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਹੈ, ਜੇ ਇਸ ਮਹੀਨੇ ਨੂੰ ਤੁਸੀਂ ਮਨਾਉਣਾ ਹੀ ਮਨਾਉਣਾ। ਵੈਸੇ ਤੇ ਸਿੱਖ ਦੇ ਲਈ ਸਾਰੇ ਹੀ ਦਿਨ ਤੇ ਸਾਰੇ ਹੀ ਮਹੀਨੇ ਇੱਕੋ ਜਿਹੇ ਹਨ। ਜੇ ਫਿਰ ਵੀ ਕੁਝ ਨਾ ਕੁਝ ਕਰਨਾ ਹੀ ਹੈ, ਫਿਰ ਗੁਰੂ ਘਰ ਆਓ ਤੇ ਇੱਥੇ ਆ ਕੇ ਗੁਰਬਾਣੀ ਦਾ ਪਾਠ ਕਰੋ, ਇਦੋਂ ਉੱਤੇ ਕੁਝ ਨਹੀਂ ਹੈ। ਕਿਉਂਕਿ ਇਹੀ ਕਰਮ ਕਰਨ ਦਾ ਗੁਰੂ ਨੇ ਮਾਘ ਮਹੀਨੇ ਦੇ ਸ਼ਬਦ 'ਚ ਵੀ ਉਪਦੇਸ਼ ਦਿੱਤਾ ਹੈ ਕਿ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਉੱਥੇ ਕਿਤੇ ਨਹੀਂ ਗੁਰੂ ਨੇ ਕਿਹਾ ਕਿ ਕਿਸੇ ਤੀਰਥ ਤੇ ਜਾ ਕੇ, ਕਿਸੇ ਦਰਿਆ ਤੇ ਜਾ ਕੇ ਤੁਸੀਂ ਜਾਓ ਇਸ਼ਨਾਨ ਕਰੋ।
ਉਥੇ ਗੁਰੂ ਨੇ ਕਿਹਾ, ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਉਥੇ ਵੀ ਦੋ ਪੱਖ ਗੁਰੂ ਨੇ ਕਹੇ, ਨਾਮ ਧਿਆਉਣ ਦੀ ਗੱਲ, ਸੱਚੇ ਰਾਹ ਤੇ ਚੱਲਣ ਦੀ ਗੱਲ। ਉਹ ਹੁਣ ਮਨ ਤੇ ਵਾਹਿਗੁਰੂ ਦੇ ਨਾਮ ਦਾ ਰੰਗ ਤਾਂ ਹੀ ਚੜ੍ਹ ਸਕਦਾ ਹੈ ਜਦੋਂ ਆਪਾਂ ਸਾਧ ਸੰਗਤ 'ਚ ਜੁੜਾਂਗੇ। ਸਾਡੇ ਕਰਮਾਂ ਦੇ ਵਿੱਚ ਤਬਦੀਲੀ ਤਾਂ ਹੀ ਆ ਸਕਦੀ ਹੈ ਜਦੋਂ ਆਪਾਂ ਸਾਧ ਸੰਗਤ 'ਚ ਜੁੜਾਂਗੇ ਔਰ ਲਗਾਤਾਰ ਜੁੜਾਂਗੇ, ਕੰਟੀਨਿਊ। ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋ ਵਾਸ਼ਿਆ। ਤੇ ਕਈ ਵਾਰ ਕਿਸੇ ਕੱਪੜੇ ਦੇ ਬਹੁਤ ਦਾਗ ਪਿਆ ਹੋਵੇ, ਉਹਨੂੰ 3-4 ਵਾਰ ਰਗੜ ਰਗੜ ਕੇ ਧੋਣਾ ਪੈਂਦਾ ਹੈ, ਤਾਂ ਜਾ ਕੇ ਉਹ ਨਿਖਰਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮਨ ਮੋਰੋ ਤਹਾਂ। ਗੁਰੂ ਕੀ ਕਹਿੰਦਾ ਹੈ, ਅਸੀਂ ਕੀ ਕਰ ਰਹੇ ਹਾਂ। ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਸਹਿਜੇ ਸਹਿਜੇ ਲਗਾਤਾਰ ਕੰਟੀਨਿਊ ਜੁੜ ਕੇ ਆਪਣੇ ਮਨ ਨੂੰ ਉਧਰ ਨੂੰ ਮੋੜੋ ਜਿੱਧਰ ਨੂੰ ਗੁਰੂ ਸਾਨੂੰ ਮੋੜਨਾ ਚਾਹੁੰਦੇ ਹਨ। ਤੇ ਉਹ ਸਾਡੇ ਜੀਵਨ ਅੰਦਰ ਤਬਦੀਲੀ ਤਾਂ ਹੀ ਆ ਸਕਦੀ ਹੈ ਜੇ ਆਪਾਂ ਨਿਰੰਤਰ ਗੁਰੂ ਕੀ ਸੰਗਤ ਦੇ ਧਾਰਨੀ ਬਣਾਂਗੇ, ਗੁਰੂ ਕੀ ਬਾਣੀ ਦੇ ਧਾਰਨੀ ਬਣਾਂਗੇ ਔਰ ਜੋ ਆਪਾਂ ਗੁਰ ਸੰਗਤ ਦੇ ਵਿੱਚ ਸਿੱਖਦੇ ਹਾਂ। ਇਹਨੂੰ ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚਟਸਾਲ ਹੈ। ਇਹ ਇੱਕ ਗੁਰੂ ਦੀ ਪਾਠਸ਼ਾਲਾ ਹੈ। ਇੱਥੇ ਸਾਡੇ ਉਸਤਾਦ ਗੁਰੂ ਹਨ ਜੋ ਸਾਨੂੰ ਪੜ੍ਹਾਉਂਦੇ ਹਨ। ਤੇ ਬੱਚਾ ਸਕੂਲ ਜਾਂਦਾ ਹੈ, ਉਹਨੇ ਪੜ੍ਹਿਆ ਹੈ, ਉਹ ਜੋ ਉਥੋਂ ਪੜ੍ਹਦਾ ਹੈ ਉਹ ਅੱਗੇ ਉਹਨੂੰ ਜੀਵਨ 'ਚ ਜ਼ਿੰਦਗੀ 'ਚ ਅਪਣਾਉਣਾ ਉਹਦਾ ਫਰਜ਼ ਹੁੰਦਾ ਹੈ। ਇਸੇ ਤਰ੍ਹਾਂ ਆਪਾਂ ਜੋ ਗੁਰੂ ਦੀ ਪਾਠਸ਼ਾਲਾ 'ਚ ਗੁਰੂ ਕੀ ਸੰਗਤ 'ਚ ਆ ਕੇ ਸੁਣਦੇ ਹਾਂ, ਇਹ ਨਹੀਂ ਕਿ ਬਸ ਸੰਗਤ 'ਚ ਆਏ ਤੇ ਇਹ ਕੁਝ ਘੜੀਆਂ ਦਾ ਐਂਟਰਟੇਨਮੈਂਟ ਨਹੀਂ ਹੈ। ਇਹ ਜੀਵਨ ਜੁਗਤੀ ਦੀ ਇੱਕ ਕਲਾਸ ਹੈ। ਇੱਥੋਂ ਆਪਾਂ ਗੁਰੂ ਕੀ ਸਿੱਖਿਆ ਨੂੰ ਸਿੱਖ ਕੇ ਜਾਣਾ ਹੈ, ਲੈ ਕੇ ਜਾਣਾ ਹੈ, ਉਹਨੂੰ ਅੱਗੇ ਆਪਣੇ ਜੀਵਨ ਦੇ ਅੰਦਰ ਕਮਾਉਣਾ ਹੈ। ਤੇ ਜਿਵੇਂ ਜਿਵੇਂ ਕਮਾਵਾਂਗੇ ਤਿਵੇਂ ਤਿਵੇਂ ਜੀਵਨ ਦੇ ਅੰਦਰ ਤਬਦੀਲੀ ਵੀ ਆਵੇਗੀ ਤੇ ਉੱਚੀਆਂ ਅਵਸਥਾਵਾਂ ਤੱਕ ਪਹੁੰਚ ਕੇ ਅਸੀਂ ਆਪਣਾ ਜੀਵਨ ਵੀ ਸਫਲ ਬਣਾ ਸਕਦੇ ਹਾਂ ਔਰ ਦੂਜਿਆਂ ਦਾ ਜੀਵਨ ਵੀ ਸਫਲ ਬਣਾ ਸਕਦੇ ਹਾਂ। ਸਤਿਗੁਰੂ ਮਿਹਰ ਕਰਨ। ਗੁਰੂ ਕੇ ਉਪਦੇਸ਼, ਗੁਰੂ ਕੀ ਬਾਣੀ ਦੇ ਸਿਧਾਂਤ ਸਾਡੇ ਸਭ ਦੇ ਹਿਰਦਿਆਂ 'ਚ ਵਸਣ। ਗੁਰਮਤਿ ਦੇ ਧਾਰਨੀ ਬਣ ਕੇ, ਗੁਰਮੁਖ ਬਣ ਕੇ ਜੀਵਨ ਬਤੀਤ ਕਰੀਏ। ਸਰਬੱਤ ਦਾ ਭਲਾ ਮੰਗਣ ਵਾਲਾ ਜੀਵਨ ਬਣਾਈਏ, ਜੀਵਨ ਸਫਲ ਹੋਵੇ। ਭੁੱਲ ਚੁੱਕ ਦੀ ਖਿਮਾ ਕਰਨੀ ਗੁਰੂ ਕੀ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਨਾ ਚਿਤਾਰਨੀਆਂ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।